ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੀ ਡੈਮੋਕ੍ਰੇਸੀ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਹੈ। ਭਾਰਤ ਦੀ ਡੈਮੋਕ੍ਰੇਸੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਦੋਵੇਂ ਦੇਸ਼ਾਂ ਦੇ ਵਿੱਚ ਸਮਾਨਤਾ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਡੈਮੋਕ੍ਰੇਸੀ ਹੈ ਔਰ ਬੜੀਆਂ ਪਿਆਰੀਆਂ ਵੈਲਿਊਜ਼ ਲੈ ਕੇ ਅਸੀਂ ਚੱਲਦੇ ਹਾਂ। ਬੜੇ ਪਿਆਰੇ ਸੰਵਿਧਾਨ ਨੂੰ ਲੈ ਕੇ ਅਸੀਂ ਚੱਲਦੇ ਹਾਂ। ਬੜੇ ਪਿਆਰੇ ਦਿਸ਼ਾ ਨਿਰਦੇਸ਼ ਲਿੱਤੇ ਜਾਂਦੇ ਨੇ ਔਰ ਬੜੇ ਪਿਆਰੇ ਪ੍ਰਿੰਸੀਪਲਸ ਲਿੱਤੇ ਜਾਂਦੇ ਨੇ ਜਿਸ ਦੇ ਉੱਤੇ ਬੇਸ ਨੇ ਦੋਵਾਂ ਦੇਸ਼ਾਂ ਦੀਆਂ ਡੈਮੋਕ੍ਰੇਸੀਜ਼। ਜੇ ਫੈਮਿਲੀ ਵੈਲਿਊਜ਼ ਦੀ ਗੱਲ ਕਰੀਏ ਤਾਂ ਉਹ ਵੀ ਮਿਲਦੀਆਂ ਜੁਲਦੀਆਂ ਨੇ। ਟ੍ਰੈਡੀਸ਼ਨਲੀ ਦੋਵੇਂ ਮੁਲਕਾਂ ਦੇ ਮਰਦ ਬਾਹਰ ਕੰਮ ਕਰਨ ਜਾਂਦੇ ਨੇ ਤੇ ਔਰਤਾਂ ਘਰ ਸਾਂਭਦੀਆਂ ਨੇ, ਪਰ ਹੁਣ ਸਮੇਂ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਵੀ ਬਦਲਾਅ ਆਏ ਨੇ ਤੇ ਭਾਰਤ ਦੇ ਵਿੱਚ ਵੀ ਬਦਲਾਅ ਆਏ ਨੇ। ਥੋੜ੍ਹਾ ਡਿਫਰੈਂਸ ਇਹ ਹੈ ਕਿ ਭਾਰਤ ਦੇ ਵਿੱਚ ਪਾਰਲੀਮੈਂਟਰੀ ਮਾਡਲ ਹੈ ਤੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਮਾਡਲ ਹੈ। ਸੋ ਇਹ ਫਰਕ ਵੀ ਨੇ, ਪਰ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਚੀਜ਼ ਸਮਾਨ ਹੈ ਕਿ ਵੈਲਫੇਅਰ ਆਫ ਕਮਿਊਨਿਟੀ, ਸਾਰੇ ਦੇਸ਼ ਵਾਸੀਆਂ ਦਾ ਭਲਾ ਕਿਵੇਂ ਕਰਨਾ ਹੈ, ਇਸ ਵਾਸਤੇ ਹਮੇਸ਼ਾ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਸੋ ਭਾਰਤ ਦੀ ਡੈਮੋਕ੍ਰੇਸੀ ਤੇ ਇੰਡੀਆ ਦੀ ਡੈਮੋਕ੍ਰੇਸੀ ਦੇ ਵਿੱਚ ਕੀ ਖੂਬੀਆਂ ਨੇ, ਥੋੜ੍ਹੀ ਬਹੁਤੀ ਗੱਲ ਜ਼ਰੂਰ ਕਰਾਂਗੇ। ਫਿਰ ਉਸ ਤੋਂ ਬਾਅਦ ਅੱਗੇ ਵਧਾਂਗੇ। ਇੱਕ ਜਿਹੜਾ ਮੇਨ ਇਸ਼ੂ ਹੈ ਇੰਡੀਅਨ ਪੋਲੀਟਿਕਸ ਦੇ ਵਿੱਚ ਅੱਜ ਉੱਭਰਿਆ ਹੋਇਆ ਹੈ, ਕੱਲ੍ਹ ਉਹਦੀ ਇਨੈਗੋਰੇਸ਼ਨ ਹੈ, ਯਾਨੀ 28 ਮਈ ਨੂੰ ਜੋ ਨਵੀਂ ਪਾਰਲੀਮੈਂਟਰੀ ਬਿਲਡਿੰਗ ਬਣੀ ਹੈ। ਨਵੀਂ ਪਾਰਲੀਮੈਂਟਰੀ ਬਿਲਡਿੰਗ ਦੇ ਵਾਸਤੇ ਕੀ ਕੁਝ ਵਿਚਾਰ ਰੱਖਦੇ ਨੇ ਇੰਡੀਆ ਦੇ ਪੋਲੀਟੀਸ਼ੀਅਨਸ, ਇੰਡੀਆ ਦੇ ਨਾਗਰਿਕ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਸੀਂ ਆਪਣੇ ਮਾਹਿਰ ਮਹਿਮਾਨ ਗੁਰਮੀਤ ਪਲਾਹੀ ਜੀ ਦਾ। ਵੈਲਕਮ ਟੂ ਪੰਜਾਬ ਚਰਚਾ ਪਲਾਹੀ ਸਾਹਿਬ। ਸ਼ੁਕਰੀਆ ਜੀ। ਥੋੜ੍ਹਾ ਜਿਹਾ ਚਾਨਣ ਪਾਓ ਕਿ ਅਮਰੀਕਾ ਦੀ ਤੇ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਇੱਕ ਸਮਾਨ ਗੱਲ ਕੀ ਹੈ, ਕਿਉਂਕਿ ਇੱਕ ਹੈਗੀ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ, ਇੱਕ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ। ਪਲਾਹੀ ਸਾਹਿਬ ਦੇਖੋ, ਗੱਲ ਇਹ ਆ ਕਿ ਅਮਰੀਕਾ ਦੀ ਤੇ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਹੈ ਉਸ ਦੀਆਂ ਆਪੋ ਆਪਣੀਆਂ ਵਿਸ਼ੇਸ਼ਤਾਵਾਂ ਨੇ ਤੇ ਆਪੋ ਆਪਣਾ ਢੰਗ ਹੈ ਉਹਨਾਂ ਦੇ ਕਾਰਜ ਕਰਨ ਦਾ ਜੀ। ਜਦੋਂ ਕਦੇ ਵੀ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੀ ਵੱਡੀ ਗੱਲ ਹੋਈ ਹੈ ਤੇ ਉਸ ਤੇ ਲੋਕ ਕਿਉਂਕਿ ਬਹੁਤ ਜਾਗਰੂਕ ਨੇ, ਉਹ ਸਮਝਦੇ ਨੇ ਕਿ ਡੈਮੋਕ੍ਰੇਸੀ ਦਾ ਅਰਥ ਕੀ ਹੈ ਤੇ ਇਸ ਨੂੰ ਕਿਵੇਂ ਲਾਗੂ ਕਰਨਾ, ਤੇ ਉੱਥੋਂ ਦੇ ਲੀਡਰ ਵੀ ਉਸੇ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਆਪਣੇ ਸੰਵਿਧਾਨ ਦੇ ਰੂਬਰੂ ਹੋ ਕੇ ਆਪਣੇ ਸੰਵਿਧਾਨ ਦੀ ਰੂਹ ਦੇ ਅਨੁਸਾਰ ਸਾਰਾ ਕੁਝ ਕਰਦੇ ਨੇ ਜੀ। ਪਰ ਦੂਜੇ ਪਾਸੇ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈ ਬੜੀ ਵੱਡੀ ਡੈਮੋਕ੍ਰੇਸੀ ਹੈ, ਪਰ ਸਮੇਂ-ਸਮੇਂ ਤੇ ਇਸ ਡੈਮੋਕ੍ਰੇਸੀ ਦੀ ਰੂਹ ਦਾ ਕਤਲ ਕਰਨ ਲਈ ਬਹੁਤ ਕਿਸੇ ਵੀ ਸਿਆਸੀ ਪਾਰਟੀ ਨੇ ਜਦੋਂ ਵੀ ਉਸ ਦਾ ਦਾਅ ਲੱਗਾ ਹੈ ਆਪਣੀ ਕੁਰਸੀ ਬਚਾਉਣ ਲਈ ਉਹਨਾਂ ਨੇ ਯਤਨ ਹੀ ਕੀਤਾ ਹੈ। ਇਸ ਗੱਲ ਲਈ ਕੋਈ ਊਨਤਾਈ ਸ਼ਬਦ ਇਸ ਕਰਕੇ ਵਰਤਾਂ ਕਿਉਂਕਿ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਉਸ ਨੂੰ ਵਰਤਿਆ ਹੈ, ਉਹਦੇ ਵਿੱਚ ਕੋਈ ਦਰੇਕ ਨਹੀਂ ਕੀਤਾ। ਸੋ ਮੇਰੀ ਸਮਝ ਵਿੱਚ ਦੋਹਾਂ ਪਾਸਿਆਂ ਦੀ ਡੈਮੋਕ੍ਰੇਸੀ, ਇੱਕ ਪਾਸੇ ਤਾਂ ਜਾਗਰੂਕ ਲੋਕਾਂ ਦੀ ਡੈਮੋਕ੍ਰੇਸੀ ਹੈ, ਦੂਜੇ ਪਾਸੇ ਸਿਰਫ ਤੇ ਸਿਰਫ ਵੋਟਾਂ ਹਾਸਲ ਕਰਨ ਲਈ, ਚਾਹੇ ਉਹ ਜਾਂ ਕਿਸੇ ਵੀ ਢੰਗ ਦੇ ਨਾਲ ਪ੍ਰਾਪਤ ਕੀਤੀਆਂ ਜਾਂਦੀਆਂ ਨੇ, ਉਸ ਢੰਗ ਦੇ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਡੈਮੋਕ੍ਰੇਸੀ ਹੈ। ਦੇਖੋ, ਸਾਡੇ ਦੇਸ਼ ਦੀਆਂ ਚੋਣਾਂ ਦੇ ਵਿੱਚ ਹਰ ਕਿਸਮ ਦੀ ਜਿਹੜੀ ਗੱਲ ਹੈ ਵਰਤੀ ਜਾਂਦੀ ਹੈ, ਧਨ ਵਰਤਿਆ ਜਾਂਦਾ ਹੈ, ਬਲ ਵਰਤਿਆ ਜਾਂਦਾ ਹੈ, ਪਰ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਗੱਲ ਦੇਖਣ ਨੂੰ ਨਹੀਂ ਮਿਲਦੀ। ਤੋਂ ਵੱਡੇ ਫਰਕ ਦੀ ਗੱਲ ਤਾਂ ਇਹੋ ਹੈ ਕਿ ਉਸ ਡੈਮੋਕ੍ਰੇਸੀ ਦੇ ਵਿੱਚ ਤੇ ਇਸ ਡੈਮੋਕ੍ਰੇਸੀ ਦੇ ਵਿੱਚ ਮਤਲਬ ਜ਼ਮੀਨ ਅਸਮਾਨ ਦਾ ਫਰਕ ਦੇਖਣ ਨੂੰ ਮਿਲਦਾ। ਭਾਵੇਂ ਕਿ ਉੱਥੇ ਪ੍ਰੈਜ਼ੀਡੈਂਸ਼ੀਅਲ ਰੂਲ ਦੇ ਹਿਸਾਬ ਦੇ ਨਾਲ ਗੱਲ ਚੱਲਦੀ ਹੈ, ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਚੁਣਦੇ ਨੇ, ਸਰਕਾਰ ਚੁਣਦੇ ਨੇ। ਔਰ ਤੁਸੀਂ ਦੇਖਿਆ ਕਿ 52% ਭਾਰਤੀ ਲੋਕ ਸਭਾ ਦੇ ਵਿੱਚ ਚੁਣੇ ਹੋਏ ਇਹੋ ਜਿਹੇ ਨੇਤਾ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਕੇਸ ਜਿਹੜੇ ਨੇ, ਫੌਜਦਾਰੀ ਦੇ ਕੇਸ, ਕ੍ਰਿਮੀਨਲ ਕੇਸ ਜਿਹੜੇ ਨੇ ਉਹ ਦਰਜ ਨੇ। ਸੋ ਇਸ ਕਿਸਮ ਦੀ ਦੇਖ ਤੇ ਉਸ ਕਿਸਮ ਦੀ ਦੇਖ ਜੋ ਅਮਰੀਕਾ ਦੇ ਵਿੱਚ ਹੈ, ਉਸ ਦਾ ਬੜਾ ਵੱਡਾ ਅੰਤਰ ਅਸੀਂ ਦੇਖ ਸਕਦੇ ਹਾਂ। ਜੀ ਪਲਾਹੀ ਸਾਹਿਬ, ਅਸੀਂ ਹੁਣ ਆਪਣੇ ਮੁੱਦੇ ਤੇ ਆਉਂਦੇ ਹਾਂ। ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਨੇ, ਜਿਵੇਂ ਸਾਰੇ ਗਰੁੱਪਸ ਬੈਠਦੇ ਨੇ,
ਮਿੱਤਰ ਲੋਕ ਬੈਠਦੇ ਨੇ, ਕਈ ਲੋਕ ਕਹਿੰਦੇ ਨੇ ਕਿ ਪਾਰਲੀਮੈਂਟ ਦੀ ਨਵੀਂ ਬਿਲਡਿੰਗ, ਕਈ ਲੋਕ ਕਹਿੰਦੇ ਨੇ ਪਾਰਲੀਮੈਂਟਰੀ ਬਿਲਡਿੰਗ, ਕਿ ਕਾਰਜ ਕੁਸ਼ਲਤਾ ਵੀ ਤਾਂ ਵਿਖਣੀ ਚਾਹੀਦੀ ਹੈ। ਤੁਸੀਂ ਗੱਲ ਕੀਤੀ ਕਿ ਭਾਰਤ ਦੇ ਅੰਦਰ ਡੈਮੋਕ੍ਰੇਸੀ ਦਾ ਜੋ ਹਾਲ ਹੈ, ਕਿ ਡੈਮੋਕ੍ਰੇਸੀ ਨੂੰ ਕਿੱਦਾਂ ਜਿਵੇਂ ਸੱਕ ਕਰ ਲਿਆ, ਉਹਦੀ ਆਤਮਾ ਨੂੰ ਸੱਕ ਕਰ ਲਿਆ, ਉਹਦੀ ਆਤਮਾ ਨੂੰ ਨਸ਼ਟ ਕਰ ਦਿੱਤਾ ਹੈ। ਡੈਮੋਕ੍ਰੇਸੀ ਦੀ ਜੋ ਆਤਮਾ ਹੈ, ਇਹ ਭਾਰਤ ਦੇ ਅੰਦਰ ਬਣਿਆ ਹੋਇਆ ਜੋ ਇਸ ਵਕਤ ਚਿੱਤਰ ਹੈ, ਇਹ ਕਈ ਮਾਹਿਰ ਇਸ ਤਰ੍ਹਾਂ ਮੰਨਦੇ ਨੇ। ਤੁਸੀਂ ਵੀ ਇਹਦੇ ਉੱਤੇ ਚਾਨਣ ਪਾਇਆ। ਉਸ ਸੰਦਰਭ ਦੇ ਵਿੱਚ ਜੇ ਅਸੀਂ ਨਵੀਂ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਕੱਲ੍ਹ ਉਹਦਾ ਉਦਘਾਟਨ ਹੋਣ ਜਾ ਰਿਹਾ ਹੈ, ਪ੍ਰਧਾਨ ਮੰਤਰੀ ਸਾਹਿਬ ਕਰਨ ਜਾ ਰਹੇ ਨੇ, ਉਹਦੇ ਬਾਰੇ ਗੱਲ ਕਰੀਏ। ਦੋ ਧਿਰਾਂ ਨੇ, ਇੱਕ ਤਾਂ ਕਹਿੰਦੇ ਨੇ ਕਿ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਜ਼ਰੂਰੀ ਸੀ ਕਿਉਂਕਿ ਹੁਣ ਭਾਰਤ ਦੀ ਆਬਾਦੀ ਵੱਧਦੀ ਪਈ ਹੈ, ਵਿਧਾਇਕ ਜ਼ਿਆਦਾ ਹੋ ਜਾਣਗੇ, ਸੀਟਸ ਜ਼ਿਆਦਾ ਚਾਹੀਦੀਆਂ ਨੇ। ਇੱਕ ਕਹਿੰਦੇ ਨੇ ਜ਼ਰੂਰੀ ਨਹੀਂ ਸੀ, ਕੰਮ ਹੀ ਕਰਨਾ, ਪੁਰਾਣੀ ਬਿਲਡਿੰਗ ਵੀ ਬਣੀ ਹੋਈ ਹੈ, ਉੱਥੇ ਵੀ ਕੰਮ ਹੋ ਸਕਦਾ, ਕਰਨੀ ਤਾਂ ਲੋਕ ਭਲਾਈ ਹੈ ਨਾ, ਦੇਸ਼ ਦੀ ਭਲਾਈ ਹੈ। ਇੱਕ ਕਹਿੰਦੇ ਨੇ ਕਿ ਪੁਰਾਣੀ ਬਿਲਡਿੰਗ ਅੰਗਰੇਜ਼ਾਂ ਨੇ ਬਣਾਈ ਹੈ, ਉਹ ਗੁਲਾਮੀ ਦੀ ਨਿਸ਼ਾਨੀ ਹੈ, ਇਸ ਕਰਕੇ ਅਸੀਂ ਹੁਣ ਆਜ਼ਾਦ ਆ, ਸਾਨੂੰ ਆਪਣੀ ਬਿਲਡਿੰਗ ਚਾਹੀਦੀ ਹੈ, ਇਸ ਕਰਕੇ ਬਹੁਤ ਵਧੀਆ ਕੀਤਾ ਜਿਹੜੀ ਆਪਣੀ ਬਿਲਡਿੰਗ ਬਣ ਗਈ ਹੈ, ਪਰ ਉਹਦੇ ਖਰਚੇ ਵੀ ਬਹੁਤ ਜ਼ਿਆਦਾ ਨੇ। ਹੁਣ ਇਹ ਦੋ ਧਿਰਾਂ ਨੇ, ਤੁਹਾਡਾ ਕੀ ਪੁਆਇੰਟ ਆਫ ਵਿਊ ਬਣਦਾ, ਕੌਣ ਸਹੀ ਹੈ ਤੇ ਕੌਣ ਗਲਤ ਹੈ? ਦੇਖੋ, ਜਿਸ ਵੇਲੇ ਕੋਈ ਚਰਚਾ ਛਿੜਦੀ ਹੈ ਉਸ ਦੇ ਵਿੱਚ ਕੌਣ ਸਹੀ ਕੌਣ ਗਲਤ ਦੀ ਗੱਲ ਨਹੀਂ ਹੁੰਦੀ। ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੁੰਦੀ ਆ ਵੀ ਕਿਹਦੇ ਹੱਕ ਦੇ ਵਿੱਚ ਵੱਧ ਪੁਆਇੰਟਸ ਨੇ, ਲੋਕ ਕਿਸ ਕਰਨ ਨੂੰ ਸਹੀ ਸਮਝਦੇ ਨੇ ਜੀ। ਇੱਕ ਗੱਲ ਤਾਂ ਇਹ ਹੈ ਵੀ ਇਸ ਵੇਲੇ ਐਡੀ ਵੱਡੀ ਅਰਬਾਂ ਖਰਬਾਂ ਦੀ ਰਕਮ ਵਰਤ ਕੇ ਤੇ ਹੋਰ ਜਿਹੜੇ ਗਰੀਬੀ ਦੇ ਮਸਲੇ ਨੇ, ਬੇਰੁਜ਼ਗਾਰੀ ਦੇ ਮਸਲੇ ਨੇ, ਜਾਂ ਭ੍ਰਿਸ਼ਟਾਚਾਰ ਵਾਲਾ ਮਸਲਾ ਹੈ, ਉਸ ਨੂੰ ਤੱਜ ਕੇ, ਭੁੱਖਮਰੀ ਨੂੰ ਤੱਜ ਕੇ ਐਡੀ ਵੱਡੀ ਰਕਮ ਲਾ ਦੇਣੀ ਕੋਈ ਸਾਰਥਕ ਗੱਲ ਨਹੀਂ ਗਿਣੀ ਜਾ ਰਹੀ। ਦੇਖੋ, ਇਹ ਇਮਾਰਤ ਜਿਹੜੀ ਹੁਣ ਕੰਮ ਕਰ ਰਹੀ ਹੈ, ਪਹਿਲੀ 100 ਵਰੇ ਹੋਰ ਬੜੇ ਆਰਾਮ ਦੇ ਨਾਲ ਚੱਲ ਸਕਦੀ ਸੀ, ਜਿਵੇਂ ਕਿ ਇਮਾਰਤ ਸਾਜੀ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਵਿਊ ਹੈ। ਤੇ ਜੇ ਇਹ ਇਮਾਰਤ ਚੱਲ ਸਕਦੀ ਆ ਤੇ ਇਸ ਮਾਮਲੇ ਦੇ ਉੱਤੇ ਐਡਾ ਵੱਡਾ ਪ੍ਰਪੰਚ ਜਿਹੜਾ ਹੈ ਰਚਣ ਦੀ ਲੋੜ ਨਹੀਂ ਸੀ। ਪਰ ਦੇਖੋ, ਮੋਦੀ ਸਾਹਿਬ ਕਿਉਂਕਿ ਉਹਨਾਂ ਨੇ ਚਰਚਾ ਵੀ ਇਸ ਕਿਸਮ ਦੀ ਛੇੜ ਦਿੱਤੀ ਕਿ ਉਹ ਇਮਾਰਤ ਵੀ ਬਣਾਉਣਗੇ। ਦੇਖੋ ਜੀ, ਬੜਾ ਵੱਡਾ ਕੰਮ ਹੈ ਉਹਨਾਂ ਨੇ ਜਿਹੜਾ ਕੀਤਾ ਹੈ, ਔਰ ਉਦਘਾਟਨ ਵੀ ਉਹ ਇਸ ਗੱਲ ਦਾ ਆਪ ਹੀ ਕਰਨਗੇ। ਇਸ ਗੱਲ ਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਕਰ ਦਿੱਤੇ ਨੇ ਕਿ ਪਾਰਲੀਮੈਂਟੇਰੀਅਨ ਸਰਕਾਰ ਦੇ ਵਿੱਚ ਜਿਹੜਾ ਮੁਖੀ ਹੈ ਉਸ ਦੀ ਕੀ ਪਰੰਪਰਾ ਕੀ ਹੈ ਤੇ ਉਸ ਦਾ ਸਥਾਨ ਕੀ ਹੈ, ਬੜੇ ਵੱਡੇ ਸਵਾਲ ਨੇ। ਤੋ ਇਸ ਮਾਮਲੇ ਦੇ ਉੱਤੇ ਜਿਹੜੀਆਂ ਵੀ ਵਿਰੋਧੀ ਧਿਰਾਂ ਨੇ, ਉਹਨਾਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕਰ ਲਿਆ ਕਿ ਉਹ ਉਸ ਪਾਰਲੀਮੈਂਟ ਜਿਹੜੀ ਨਵੀਂ ਬਣਾਈ ਗਈ ਹੈ ਉਸ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਨਹੀਂ ਜਾਣਗੇ। ਇਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਇੱਕ ਧਿਰ ਕਹਿੰਦੀ ਹੈ, ਜਿਹੜੀ ਕਾਬਜ਼ ਧਿਰ ਹੈ, ਵੀ ਇਹ ਜਿਹੜੀ ਲੋਕ ਸਭਾ ਦੀ ਇਮਾਰਤ ਹੈ ਇਹ ਅੰਗਰੇਜ਼ਾਂ ਨੇ ਬਣਾਈ ਸੀ ਔਰ ਅਸੀਂ ਉਹ ਇਸ ਕਿਸਮ ਦਾ ਗੁਲਾਮੀ ਦਾ ਪ੍ਰਤੀਕ ਹੈ। ਉਹ ਦੇਖੋ, ਸਮੇਂ-ਸਮੇਂ ਤੇ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਮੁਗਲਾਂ ਨੇ, ਪਹਿਲੇ ਰਾਜਿਆਂ ਨੇ ਔਰ ਹੋਣ ਵਾਲੀਆਂ ਸਰਕਾਰਾਂ ਨੇ ਬੜੇ ਵੱਡੀਆਂ ਇਮਾਰਤਾਂ ਬਣਾਈਆਂ ਨੇ, ਇਤਿਹਾਸਕ ਧਰੋਹਰ ਜਿਹੜੇ ਨੇ ਉਹ ਖੜੇ ਕੀਤੇ ਹੋਏ ਨਾ, ਜਾਂ ਉਹਨਾਂ ਦੀ ਰਾਖੀ ਕਰਨ ਦਾ ਯਤਨ ਕੀਤਾ। ਤੇ ਇਸ ਦਾ ਮਤਲਬ ਤਾਂ ਇਹ ਹੋਏਗਾ ਵੀ ਅਸੀਂ ਲਾਲ ਕਿਲਾ, ਕੁਤਬ ਮੀਨਾਰ, ਪਤਾ ਨਹੀਂ ਹੋਰ ਕਿਹੜੀਆਂ ਇਮਾਰਤਾਂ ਨੇ, ਉਹਨਾਂ ਨੂੰ ਵੀ ਤਹਿਸ਼-ਨਹਿਸ਼ ਕਰ ਦਿਆਂਗੇ ਤੇ ਇਹ ਕਹਾਂਗੇ ਵੀ ਅਸੀਂ ਤਾਂ ਆਪਣੇ ਢੰਗ ਦੇ ਨਾਲ ਜਿਉਣਾ ਤੇ ਅਸੀਂ ਆਪਣੇ ਇਤਿਹਾਸ ਨੂੰ ਯਾਦ ਨਹੀਂ ਰੱਖਣਾ। ਜਿਵੇਂ ਸਾਡੇ ਸਿਲੇਬਸ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਾਹਰ ਕੀਤੀਆਂ ਜਾ ਰਹੀਆਂ ਨੇ। ਮੈਂ ਸਮਝਦਾ ਵੀ ਇਸੇ ਕਿਸਮ ਦੀ ਮਨ ਦੇ ਵਿੱਚ ਗੱਲ ਰੱਖ ਕੇ ਅਗਾਂਹ ਇਮਾਰਤ ਦਾ ਬਣਾਉਣਾ ਅਤੇ ਉਸ ਨੂੰ ਚਾਲੂ ਕਰਨਾ ਤੇ ਆਪ ਚਾਲੂ ਕਰਨਾ ਕਿਸੇ ਵੀ ਹਾਲ ਦੇ ਵਿੱਚ ਅਸੀਂ ਸਿੱਧਾ ਸਖਾਵਾ ਨਹੀਂ ਗਿਣ ਸਕਦੇ। ਆਮ ਤੌਰ ਤੇ ਇਹ ਇਲਜ਼ਾਮ ਲੱਗਦਾ ਵੀ ਮੋਦੀ ਸਾਹਿਬ ਇਸ ਗੱਲ ਨੂੰ ਕਿਉਂ ਆਪ ਕਰ ਰਹੇ ਨੇ, ਕਿਉਂਕਿ ਉਹ ਤਾਂ ਇੱਕ ਸਧਾਰਨ ਸਟੇਸ਼ਨ ਹੈ, ਉਸ ਦਾ ਉਦਘਾਟਨ ਕਰਨਾ ਉਹ ਵੀ ਕਿਸੇ ਹੋਰ ਨੂੰ ਨਹੀਂ ਭੇਜ ਕੇ ਰਾਜੀ ਆਪ ਹੀ ਕਰਨ ਨੂੰ ਤਿਆਰ ਰਹਿੰਦੇ ਨੇ, ਤੇ ਐਡੀ ਵੱਡੀ ਇਮਾਰਤ ਦਾ ਉਦਘਾਟਨ ਜਿਹੜਾ ਹੈ ਉਹ ਆਪ ਕਿਉਂ ਨਹੀਂ ਕਰਨਗੇ। ਜੀ ਪਲਾਹੀ ਸਾਹਿਬ, ਦੇਖੋ ਨਾ, PIL ਵੀ ਪਾਈ ਗਈ ਹੈ ਓਪੋਜੀਸ਼ਨ ਵੱਲੋਂ ਸੁਪਰੀਮ ਕੋਰਟ ਦੇ ਵਿੱਚ, ਉਹ ਵੀ ਰੱਦ ਹੋ ਗਈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਰਾਸ਼ਟਰਪਤੀ ਸਾਹਿਬਾ ਕਿਉਂ ਨਹੀਂ ਇਨੈਗੋਰੇਟ ਕਰ ਰਹੇ ਇਸ ਬਿਲਡਿੰਗ ਦਾ ਉਦਘਾਟਨ, ਉਹ ਆਪ ਕਿਉਂ ਨਹੀਂ ਕਰ ਰਹੇ, ਰਾਸ਼ਟਰਪਤੀ ਸਾਹਿਬਾ ਔਰ ਪ੍ਰਾਈਮ ਮਿਨਿਸਟਰ ਸਾਹਿਬ ਕਿਉਂ ਕਰ ਰਹੇ ਨੇ। ਇਸ ਗੱਲ ਨੂੰ ਲੈ ਕੇ ਵੀ ਕਾਫੀ ਚਰਚਾ ਛਿੜੀ ਔਰ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਮਹਿਲਾ ਵਿਰੋਧੀ ਹੈ ਸੋਚ,
क्योंकि एक पासे जंतर मंतर ਦੇ ਉੱਤੇ ਮਹਿਲਾਵਾਂ ਪਹਿਲਵਾਨ ਬੈਠੀਆਂ ਹੋਈਆਂ ਨੇ, ਉਹ ਵੀ ਦੁਹਾਈ ਦੇ ਰਹੀਆਂ ਨੇ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਔਰ ਦੂਜੇ ਪਾਸੇ ਰਾਸ਼ਟਰਪਤੀ ਸਾਹਿਬਾ ਜੋ ਮਹਿਲਾ ਨੇ ਉਹਨਾਂ ਨੂੰ ਵੀ ਇਨੈਗੋਰੇਟ ਨਹੀਂ ਕੀਤਾ ਜਾ ਰਿਹਾ, ਇਨੈਗੋਰੇਸ਼ਨ ਵਾਸਤੇ ਨਹੀਂ ਬੁਲਾਇਆ ਜਾ ਰਿਹਾ। ਸੋ ਇਹ ਚੀਜ਼ਾਂ ਮਹਿਲਾ ਵਿਰੋਧੀ ਵੀ ਹੋ ਜਾਂਦੀਆਂ ਨੇ। ਤੁਸੀਂ ਇਸ ਗੱਲ ਨਾਲ, ਇਸ ਸੋਚ ਨਾਲ ਇਤਫਾਕ ਰੱਖਦੇ ਹੋ ਕਿ ਵਾਕਈ ਇਹ ਮਹਿਲਾ ਵਿਰੋਧੀ ਸੋਚ ਹੈ? ਜੀ ਦੇਖੋ, ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਮਹਿਲਾ ਵਿਰੋਧੀ ਸੋਚ ਦੀ ਗੱਲ ਵੀ ਉੱਠ ਰਹੀ ਹੈ, ਨਾਲ ਨਾਲ ਇਹ ਵੀ ਉੱਠ ਰਹੀ ਹੈ ਵੀ ਐਸਸੀ ਵਰਗ ਦੇ, ਕਿਉਂਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੇ, ਉਹਨਾਂ ਦੇ ਵਿਰੋਧ ਦੀ ਗੱਲ ਵੀ ਹੋ ਰਹੀ ਹੈ। ਅਸਲ ਵਿੱਚ ਇਹ ਇਸ ਕਿਸਮ ਦੀ ਗੱਲ ਮੇਰੀ ਸਮਝ ਵਿੱਚ ਨਹੀਂ ਹੈ। ਇਹ ਤਾਂ ਇਸ ਕਿਸਮ ਦੀ ਗੱਲ ਹੈ ਵੀ ਮੋਦੀ ਹੈ ਤੇ ਸਭ ਕੁਝ ਹੈ, ਮੋਦੀ ਹੈ ਤੇ ਮੁਮਕਿਨ ਹੈ, ਤੇ ਮੋਦੀ ਹੈ ਤੇ ਦੇਸ਼ ਹੈ, ਤੇ ਮੋਦੀ ਨਹੀਂ ਹੈ ਤੇ ਦੇਸ਼ ਨਹੀਂ ਹੈ। ਤੋ ਮੋਦੀ ਸਾਹਿਬ ਦੀ ਜਿਹੜੀ ਡਿਕਟੇਟਰਾਨਾ ਸੋਚ ਵਾਲੀ ਗੱਲ ਹੈ, ਇਸ ਪਿੱਛੇ ਉਹ ਗੱਲ ਕੰਮ ਕਰ ਰਹੀ ਹੈ। ਆਮ ਤੌਰ ਤੇ ਤੁਸੀਂ ਦੇਖਿਆ ਵੀ ਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਬਹੁਤ ਵੱਡੀ ਪੱਧਰ ਤੇ ਪ੍ਰਚਾਰੀ ਜਾ ਰਹੀ ਹੈ ਵੀ ਪ੍ਰਧਾਨ ਮੰਤਰੀ ਹੋਰਾਂ ਨੇ ਇੱਕ ਇਹੋ ਜਿਹਾ ਵੱਡਾ ਕਾਰਜ ਕਰ ਦਿੱਤਾ, ਪਾਰਲੀਮੈਂਟ ਦੀ ਇਮਾਰਤ ਬਣਾ ਕੇ, ਜਿਹੜਾ ਸ਼ਾਇਦ ਕਿਸੇ ਪਹਿਲੇ ਪ੍ਰਧਾਨ ਮੰਤਰੀ ਨੇ ਚਿਤਵਿਆ ਹੀ ਨਹੀਂ ਸੀ। ਹੁਣ ਤਾਂ ਦੇਖੋ, ਨੈਸ਼ਨਲ ਪ੍ਰੈਸ ਦੇ ਵਿੱਚ ਜਿਹੜਾ ਮੋਦੀ ਮੀਡੀਆ ਹੈ ਉਹ ਤਾਂ ਇਹ ਵੀ ਕਹਿੰਦਾ ਵੀ 2014 ਤੋਂ ਪਹਿਲਾਂ ਤਾਂ ਕੋਈ ਵਿਕਾਸ ਹੀ ਦੇਸ਼ ਦਾ ਨਹੀਂ ਹੋਇਆ। ਅਸਲ ਮਾਇਨਿਆਂ ਵਿੱਚ ਤਾਂ 2014 ਤੋਂ ਬਾਅਦ ਹੀ ਵਿਕਾਸ ਹੋਣਾ ਸ਼ੁਰੂ ਹੋਇਆ, ਔਰ ਬਹੁਤ ਵੱਡੀ ਪੱਧਰ ਤੇ ਉਹਨਾਂ ਦੀਆਂ ਸਰਕਾਰੀ ਸਕੀਮਾਂ ਬਣਾਈਆਂ ਗਈਆਂ ਨੇ। ਸਰਕਾਰ ਨੇ ਬੜੇ ਵੱਡੇ ਨੋਟਬੰਦੀ, GST, ਪਤਾ ਨਹੀਂ ਹੋਰ ਕੀ ਕੁਝ ਦੀਆਂ ਕਾਰਵਾਈਆਂ ਕੀਤੀਆਂ ਨੇ, ਔਰ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਕਰ ਸਕਦੇ ਸੀ। ਸੋ ਡਿਕਟੇਟਰਾਨਾ ਸੋਚ ਮਨ ਵਿੱਚ ਹੈ। 242 ਦੀਆਂ ਪਾਰਲੀਮੈਂਟ ਜਿਹੜੀਆਂ ਸੀਟਾਂ 2019 ਦੇ ਵਿੱਚ ਮੋਦੀ ਸਾਹਿਬ ਨੇ ਜਿੱਤੀਆਂ, ਉਹਨਾਂ ਦੇ ਵਿੱਚੋਂ 303 ਭਾਜਪਾ ਨੇ ਜਿੱਤੀਆਂ, 354 ਟੋਟਲ ਗੱਠਜੋੜ ਨੇ ਜਿੱਤੀਆਂ। ਉਹ ਮਨ ਦੇ ਵਿੱਚ ਇੱਕ ਇਹ ਹੈ ਕਿ ਅਸੀਂ ਤਾਂ ਦੇਸ਼ ਦੇ ਬਹੁਤ ਵੱਡੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਹਾਂ, ਔਰ ਅਸੀਂ ਸਭ ਕੁਝ ਕਰ ਸਕਦੇ ਹਾਂ। ਤੇ ਇਹ ਸਭ ਕੁਝ ਕਰਨ ਦੀ ਗੱਲ ਜਿਹੜੀ ਹੈ ਮੋਦੀ ਸਾਹਿਬ ਦੇ ਮਨ ਦੇ ਵਿੱਚ ਹੈ। ਮਨ ਕੀ ਬਾਤ ਕਰਦੇ ਆ ਵੀ ਉਹ ਇਸੇ ਕਿਸਮ ਦੀ ਗੱਲ ਕਰਦੇ ਨੇ, ਤਾਂ ਇਹ ਗੱਲ ਉਹਨਾਂ ਦੇ ਮਨ ਵਿੱਚ ਹੈ। ਦੂਸਰੀਆਂ ਸੋਚਾਂ ਜਿਹੜੀਆਂ ਨੇ ਉਹ ਆਪਾਂ ਉਹਨਾਂ ਨੂੰ ਪ੍ਰੀਲਿਮਿਨਰੀ ਨਹੀਂ ਦੇਖ ਸਕਦੇ। ਸੈਕੰਡਰੀ ਸੋਚ ਤਾਂ ਹੋ ਸਕਦੀ ਆ, ਪਰ ਮੁੱਖ ਸੋਚ ਜਿਹੜੀ ਹੈ ਉਹ ਉਹਨਾਂ ਦੀ ਸਾਖੀ ਆਵਾਰ ਕਰਨ ਦੀ ਜਿਹੜੀ ਉਹਨਾਂ ਦੇ ਮਨ ਵਿੱਚ ਤਮੰਨਾ ਹੈ, ਉਸ ਨੂੰ ਪੂਰੀਆਂ ਕਰਨ ਦੀ। ਲਾਈ ਸਾਹਿਬ, ਇੱਕ ਗੱਲ ਇਹ ਵੀ ਉੱਠਦੀ ਪਈ ਹੈ, ਇੱਕ ਧਿਰ ਇਹ ਵੀ ਗੱਲ ਕਰਦੀ ਹੈ, ਇੱਕ ਓਪੋਜੀਸ਼ਨ ਪਾਰਟੀ ਇਹ ਵੀ ਗੱਲ ਕਰਦੀ ਹੈ ਕਿ ਮੋਦੀ ਸਾਹਿਬ ਆਪਣੀਆਂ ਨਿਸ਼ਾਨੀਆਂ ਛੱਡਣਾ ਚਾਹੁੰਦੇ ਨੇ। ਪਹਿਲਾਂ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਐਡੀ ਵੱਡੀ ਮੂਰਤੀ ਬਣਵਾਈ ਕਿ ਇਹ ਮੋਦੀ ਸਾਹਿਬ ਨੇ ਬਣਵਾਈ, ਹੁਣ ਪਾਰਲੀਮੈਂਟ ਬਣਵਾਈ, ਇਹ ਮੋਦੀ ਸਾਹਿਬ ਨੇ ਬਣਵਾਈ। ਇਹ ਆਪਣੀਆਂ ਨਿਸ਼ਾਨੀਆਂ ਛੱਡਣਾ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਮੇਰੀਆਂ ਯਾਦਗਾਰਾਂ ਬਣੀਆਂ ਰਹਿਣ, ਔਰ ਨਾਮ ਤੇ ਮੋਦੀ ਸਾਹਿਬ ਦਾ ਆਏਗਾ ਕਿ ਉਹਨਾਂ ਦੇ ਸਮੇਂ ਤੇ ਬਣੀਆਂ। ਕੁਝ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਇਹ ਆਪਣੀਆਂ ਨਿਸ਼ਾਨੀਆਂ ਛੱਡਣਾ ਚਾਹੁੰਦੇ ਨੇ, ਇਸ ਕਰਕੇ ਬਣਵਾ ਰਹੇ ਨੇ। ਇਹਦੀ ਕੋਈ ਮੁਲਕ ਨੂੰ ਜ਼ਰੂਰਤ ਨਹੀਂ ਹੈ। ਭਲਾਈ ਸਾਹਿਬ, ਇਹ 'ਚ ਕੀ ਸ਼ੱਕ ਹੈ ਜੀ? ਉਸ ਵਿਅਕਤੀ ਦਾ, ਉਸ ਸ਼ਖਸ ਦਾ, ਪਟੇਲ ਸਾਹਿਬ ਦਾ ਬਹੁਤ ਵੱਡਾ ਬੁੱਤ ਲਗਾਇਆ, ਔਰ ਉਹ ਸਾਰੇ ਦਾ ਸਾਰਾ ਜਿਹੜਾ ਖਰਚਾ ਸਰਕਾਰ ਨੇ ਕੀਤਾ, ਔਰ ਚੀਨ ਦੇ ਵਿੱਚੋਂ ਬਣ ਕੇ ਉਹ ਬੁੱਤ ਆਇਆ ਜੀ। ਜਿਸ ਚੀਨ ਦੀ ਅਸੀਂ ਵਿਰੋਧਤਾ ਕਰਦੇ ਹਾਂ, ਉਸੇ ਚੀਨ ਤੋਂ ਸਾਰਾ ਮਟੀਰੀਅਲ ਆਇਆ। ਔਰ ਸਭ ਤੋਂ ਵੱਡੀ ਗੱਲ ਇਹ ਵੀ ਉਸੇ ਵਿਅਕਤੀ ਨੇ, ਉਸ ਸ਼ਖਸ ਨੇ, ਉਸ ਨੇਤਾ ਨੇ, ਜਿਸ ਵੇਲੇ ਉਹ ਗ੍ਰਹਿ ਮੰਤਰੀ ਸੀ ਦੇਸ਼ ਦਾ, ਉਹ RSS ਦਾ ਵਿਰੋਧ ਕਰਿਆ ਕਰਦੇ ਸਨ। ਉਹਨਾਂ ਨੇ ਪਾਬੰਦੀ ਲਗਾਈ ਸੀ RSS ਤੇ। ਇਹ ਇਸ ਵੇਲੇ ਸਰਕਾਰ RSS ਪਿੱਛੋਂ ਚਲਾਉਂਦੀ ਹੈ। ਮੋਦੀ ਸਾਹਿਬ ਦਾ ਸਾਹਮਣੇ ਹੋ ਕੇ ਇੱਕ ਕਾਰਜਕਾਰੀ ਕਾਰਜ ਕਰ ਰਹੇ ਨੇ। ਤੋ ਇਸ ਗੱਲ ਦੇ ਵਿੱਚ ਦੋ ਰਾਵਾਂ ਨਹੀਂ ਹਨ ਕਿ ਸਿਰਫ ਤੇ ਸਿਰਫ ਉਹਨਾਂ ਗੱਲਾਂ ਨੂੰ ਸਾਹਮਣੇ ਲਿਆ ਕੇ ਆਪਣੀ ਜਿਹੜੀ ਆਪਣੀ ਸ਼ਖਸੀਅਤ ਹੈ ਉਸ ਨੂੰ ਉਭਾਰਨ ਲਈ ਉਹਨਾਂ ਵੱਲੋਂ ਸਮੇਂ-ਸਮੇਂ ਤੇ ਯਤਨ ਹੁੰਦੇ ਨੇ। ਦੇਖੋ, ਅਮਰੀਕਾ ਗਏ, ਹੁਣ ਆਸਟ੍ਰੇਲੀਆ ਦੀ ਗਏ, ਉੱਥੇ ਮੋਦੀ ਦੇ ਨਾਅਰੇ, ਉੱਥੇ ਮੋਦੀ ਸਭੋ ਕੁਝ, ਤੇ ਕਈ ਦੇਸ਼ਾਂ ਦਾ ਉਹਨਾਂ ਵੱਲੋਂ ਲਗਾਤਾਰ ਦੌਰਾ ਕਰ ਲੈਣਾ, ਔਰ ਆਪਣੀ ਦੇਸ਼ ਦੇ ਪੈਸੇ ਦੇ ਉੱਤੇ ਆਪਣੀ ਜਿਹੜੀ ਸ਼ਖਸੀਅਤ ਹੈ ਉਸ ਦਾ ਵਾਰ ਕਰਨਾ, ਔਰ
ਮੋਦੀ ਮੀਡੀਆ ਦੇ ਰਾਹੀਂ ਆਪਣੀ ਸ਼ਖਸੀਅਤ ਨੂੰ ਲੋਕਾਂ ਦੇ ਸਾਹਮਣੇ ਆਪਣੇ ਵੱਖਰੇ ਢੰਗ ਦੇ ਨਾਲ ਪੇਸ਼ ਕਰਨਾ, ਔਰ ਇਹ ਸਾਰਾ ਕੁਝ ਉਹਨਾਂ ਦੇ ਮਨ ਵਿੱਚ ਹੈ। ਔਰ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਅਸਲ ਮਾਇਨਿਆਂ ਦੇ ਵਿੱਚ ਲੋੜਾਂ ਨਾਲੋਂ ਵੱਧ ਉਹ ਆਪਣੀ ਲੋੜ ਜਿਹੜੀ ਹੈ, ਆਪਣੀ ਸ਼ਖਸੀ ਲੋੜ ਜਿਹੜੀ ਹੈ, ਉਸ ਨੂੰ ਵਾਰਨ ਲਈ ਦੇਸ਼ ਦਾ ਪੈਸਾ ਖਰਚ ਰਹੇ ਨੇ। ਦੇਖੋ, ਹੁਣ ਆਸਟ੍ਰੇਲੀਆ ਦੇ ਵਿੱਚ ਗਏ, ਉੱਥੇ ਕਿਹਾ ਗਿਆ ਕਿ ਬਹੁਤ ਵੱਡੇ ਨੇਤਾ ਨੇ, ਹਾਂਜੀ, ਬਹੁਤ ਵੱਡੀ ਡੈਮੋਕ੍ਰੇਸੀ ਦੇ ਉਹ ਨੁਮਾਇੰਦਗੀ ਕਰਦੇ ਨੇ। ਪਰ ਹੈਰਾਨੀ ਵਾਲੀ ਗੱਲ ਇਹ ਕਿ ਜਿਹੜਾ ਆਸਟ੍ਰੇਲੀਆ ਇੱਕ ਪਾਸੇ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਇਹ ਬਹੁਤ ਵੱਡੇ ਨੇਤਾ ਨੇ, ਦੂਜੇ ਪਾਸੇ 5 ਸਟੇਟਾਂ ਜਿਹੜੀਆਂ ਨੇ ਹਿੰਦੁਸਤਾਨ ਦੀਆਂ, ਉਹਨਾਂ ਦੇ ਵਿਦਿਆਰਥੀਆਂ ਦੇ ਉੱਤੇ ਦਾਖਲੇ ਦੀ ਉੱਥੋਂ ਦੀਆਂ ਯੂਨੀਵਰਸਿਟੀਆਂ ਨੇ ਪਾਬੰਦੀ ਲਾ ਦਿੱਤੀ ਉਹਦੇ ਦੌਰੇ ਦੇ ਦੌਰਾਨ। ਤੋਂ ਇਸ ਗੱਲ ਤੋਂ ਬੜਾ ਸਪਸ਼ਟ ਜਿਹਾ ਹੁੰਦਾ ਕਿ ਮੋਦੀ ਸਾਹਿਬ ਆਪਣੇ ਆਪ ਦਾ ਦਿਖਾਵਾ ਕਰਨ ਦਾ ਯਤਨ ਕਰਦੇ ਨੇ, ਪਰ ਦੂਜੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਢੰਗ ਦੇ ਨਾਲ ਦੇਖਦੇ ਨੇ ਜਾਂ ਲੈਂਦੇ ਨੇ, ਉਹ ਪਤਾ ਲੱਗਦਾ। ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਹਿੰਦੁਸਤਾਨ ਦੀਆਂ ਜਿਹੜੀਆਂ ਸਿਆਸੀ ਵਿਰੋਧੀ ਪਾਰਟੀਆਂ ਨੇ, ਉਹ ਮੋਦੀ ਸਾਹਿਬ ਦੀ ਅਸਲੀਅਤ ਨੂੰ ਸਾਹਮਣੇ ਲਿਆਉਂਦੀਆਂ। ਭਲਾਈ ਸਾਹਿਬ, 28 ਮਈ ਕਿਉਂ ਚੁਣਿਆ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਕੁਝ ਲੋਕ ਕਹਿੰਦੇ ਨੇ ਕਿ ਹਿੰਦੂਤਵ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਇੱਕ ਜੋ ਦੰਡ ਦਾ ਨਿਰਮਾਣ ਕੀਤਾ ਗਿਆ, ਦੰਡ ਵੀ ਉਹਨਾਂ ਨੂੰ ਦਿੱਤਾ ਜਾਏਗਾ ਜਿਹੜਾ ਸਾਡੇ ਪੁਰਾਣੇ ਰਾਜਾ ਮਹਾਰਾਜਾ, ਜੋ ਸਾਡੇ ਪੁਰਾਣੇ ਰਾਜਗੁਰੂ ਆਪਣੇ ਹੱਥ 'ਚ ਰੱਖਦੇ ਸੀ ਕਿ ਧਰਮ ਦੀ ਸਥਾਪਨਾ, ਨਿਆਂ ਦੀ ਸਥਾਪਨਾ, ਇਨਸਾਫ ਦੀ ਸਥਾਪਨਾ, ਇੱਕੋ ਦੰਡ ਦਾ ਵਿਧਾਨ ਵੀ ਨਾਲ ਲੈ ਕੇ ਚੱਲ ਰਹੇ ਨੇ ਤੇ 28 ਮਈ ਵਿੱਚ ਲੈ ਕੇ ਚੱਲ ਰਹੇ ਨੇ। ਇਹ ਦੋਵੇਂ ਚੀਜ਼ਾਂ ਜਾਂ ਹੋਰ ਵੀ ਬੜੇ ਰਿਚੁਅਲਸ ਜੇ ਉਸ ਮੌਕੇ ਤੇ ਹੋਣੇ ਨੇ। ਕਿਹਾ ਜਾਂਦਾ ਕਿ ਇਹ ਹਿੰਦੂਤਵ ਦਾ ਇਹਦੇ ਵਿੱਚ ਸਾਰਾ ਪ੍ਰਗਟਾਵਾ ਹੋ ਰਿਹਾ ਹੈ। ਭਲਾਈ ਸਾਹਿਬ, ਦੇਖੋ, ਗੱਲ ਇਹ ਆ ਕਿ ਮੋਦੀ ਸਾਹਿਬ ਆਪਣੀ ਸ਼ਖਸੀ ਆਵਾਜ਼ ਦੇ ਨਾਲ ਹਿੰਦੁਸਤਾਨ ਦੀ ਜੋ ਉਹਨਾਂ ਦੇ ਮਨ ਦੇ ਵਿੱਚ ਸੋਚ ਹੈ, ਉਸ ਨੂੰ ਅੱਗੇ ਵਧਾਉਣ ਲਈ ਸਦਾ ਯਤਨਸ਼ੀਲ ਰਹਿੰਦੇ ਨੇ। ਔਰ 28 ਮਈ ਵੀ ਬਿਨਾਂ ਸ਼ੱਕ ਇਹ ਕੋਈ ਇਤਿਹਾਸਿਕ ਪਿਛੋਕੜ ਜਾਂ ਕੋਈ ਹਿੰਦੂਤਵ ਦੀ ਇਹੋ ਜਿਹੀ ਧਾਰਨਾ ਹੈ। ਉਹਨਾਂ ਨੇ ਜ਼ਰੂਰੀ ਤੌਰ ਤੇ ਆਪਣੇ ਉਹਨਾਂ ਸਾਥੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੋਵੇਗਾ। ਇਸ ਤੋਂ ਵੀ ਅੱਗੇ ਉਹਨਾਂ ਨੇ ਜੋਤਸ਼ੀਆਂ ਤੋਂ ਵੀ ਇਸ ਗੱਲ ਦੀ ਰਾਏ ਲਈ ਹੋਵੇਗੀ ਔਰ ਇਸ ਢੰਗ ਦੇ ਨਾਲ ਇਸ ਗੱਲ ਨੂੰ ਚੁਣਿਆ ਹੋਵੇਗਾ। ਸੋ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੇ ਮਨ ਦੇ ਵਿੱਚ ਏਜੰਡਾ ਹੈ, ਇੱਕੋ ਇੱਕ ਏਜੰਡਾ ਹੈ, ਔਰ ਇਸ ਏਜੰਡੇ ਨੂੰ ਲਾਗੂ ਕਰਨ ਲਈ ਉਹ ਸਿਰ ਭਾਰ ਹੋਏ ਬੈਠੇ। ਜੀ, ਇਸ ਚੀਜ਼ ਨੂੰ ਸਪਸ਼ਟ ਕਰਨਾ ਪਏਗਾ ਸਾਰੇ ਦੇਸ਼ ਵਾਸੀਆਂ ਦੇ ਸਾਹਮਣੇ, ਕਿਉਂਕਿ ਦੇਸ਼ ਵਾਸੀਆਂ ਦੇ ਮਨ ਦੇ ਵਿੱਚ ਜੇ ਇਸ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ ਤੇ ਉਹਨਾਂ ਨੂੰ ਜਵਾਬ ਦੇਣਾ ਬਣਦਾ ਹੈ ਕਿ ਜਵਾਬ ਦਿੱਤਾ ਜਾਵੇ ਕਿ ਇਹ ਹਿੰਦੂਤਵ ਦਾ ਕੋਈ ਪ੍ਰਤੀਕ ਬਣਨ ਜਾ ਰਿਹਾ ਜਾਂ ਹਿੰਦੂਤਵ ਦਾ ਕੋਈ ਉੱਥੇ ਪ੍ਰਦਰਸ਼ਨ ਹੋਣ ਜਾ ਰਿਹਾ ਜਾਂ ਸਾਰੇ ਧਰਮਾਂ ਦਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਸਾਰੇ ਧਰਮਾਂ ਦੀ ਗੱਲ ਹੋਏਗੀ ਕਿਉਂਕਿ ਅਸੀਂ ਸੈਕੂਲਰ ਦੇਸ਼ ਦੇ ਵਾਸੀ ਹਾਂ। ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦੇ ਮੁਤਾਬਿਕ ਸਭ ਸਮਾਨ ਨੇ, ਸਾਰੇ ਧਰਮ ਸਮਾਨ ਨੇ। ਇਸ ਕਰਕੇ ਜੋ ਜਨਤਾ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦੇ ਨੇ, ਉਸ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਮੋਦੀ ਸਾਹਿਬ ਨੂੰ, ਤਾਂ ਕਿ ਸਾਰਿਆਂ ਦੇ ਮਨ ਬਿਲਕੁਲ ਸਪਸ਼ਟ ਤੇ ਬਿਲਕੁਲ ਕਲੀਅਰ ਹੋ ਜਾਣ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਇਹ ਹੁੰਦੀ ਹੈ ਕਿ ਜਦੋਂ ਕਈ ਧਿਰਾਂ ਜਿਹੜੀਆਂ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ, ਜੋ ਇਸ ਪਾਰਲੀਮੈਂਟ ਦੀ ਬਿਲਡਿੰਗ ਦਾ ਵਿਰੋਧ ਕਰ ਰਹੀਆਂ ਨੇ, ਯਾਨੀ ਓਪੋਜੀਸ਼ਨ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਕਹਿੰਦੀਆਂ ਨੇ ਕਿ ਠੀਕ ਹੈ, ਅੱਜ ਤੁਸੀਂ ਵਿਰੋਧ ਕਰ ਰਹੇ ਹੋ, ਉਦਘਾਟਨ ਦਾ ਬਾਈਕਾਟ ਕਰ ਰਹੇ ਹੋ, ਕੱਲ੍ਹ ਨੂੰ ਜਦੋਂ ਇਸ ਬਿਲਡਿੰਗ ਦੇ ਵਿੱਚ ਕੰਮ ਸ਼ੁਰੂ ਹੋਣਾ ਹੈ, ਸਾਰੇ ਵਿਧਾਇਕਾਂ ਨੇ ਬੈਠਣਾ ਸ਼ੁਰੂ ਕਰਨਾ ਹੈ, ਤੇ ਤੁਸੀਂ ਜੇ ਜਿੱਤ ਵੀ ਗਏ ਨਾ ਤਾਂ ਫਿਰ ਵੀ ਇਸ ਬਿਲਡਿੰਗ ਦੇ ਵਿੱਚ ਪੈਰ ਨਾ ਪਾਈਓ। ਜੇ ਤੁਹਾਡੀ ਇਹ ਜ਼ਿੱਦ ਹੈ ਕਿ ਅਸੀਂ ਉਦਘਾਟਨ ਤੇ ਨਹੀਂ ਆਉਣਾ ਤੇ ਫਿਰ ਕਦੇ ਵੀ ਇਸ ਬਿਲਡਿੰਗ ਦੇ ਵਿੱਚ ਪੈਰ ਨਾ ਪਾਈਓ, ਕੰਮ ਕਰਨ ਵਾਸਤੇ ਵੀ ਨਾ ਆਈਓ, ਜੇ ਚੁਣੇ ਗਏ ਹੋ ਤਾਂ ਵੀ ਨਾ ਆਈਓ। ਹੁਣ ਇਹ ਕਿੱਦਾਂ ਦੀ ਸੋਚ ਹੈ? ਨਹੀਂ, ਦੇਖੋ, ਇਹ ਸੋਚ ਤਾਂ ਬੜੀ ਭੱਦੀ ਸੋਚ ਹੈ। ਇੱਕ ਇਹੋ ਜਿਹੇ ਚੀਜ਼ ਦਾ ਵਿਰੋਧ ਕਰਨਾ ਕਿ ਇਹ ਗਲਤ ਢੰਗ ਦੇ ਨਾਲ ਹੋ ਰਹੀ ਹੈ ਔਰ ਸੈਕੂਲਰ ਢੰਗ ਦੇ ਨਾਲ ਨਹੀਂ ਹੋ ਰਹੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਹੱਤਤਾ ਰੱਖਣ ਵਾਲੀ ਗੱਲ ਹੈ। ਇਸ ਗੱਲ ਦਾ ਵਿਰੋਧ ਕਰਨਾ ਕਿ ਅਸੀਂ ਮੋਦੀ ਸਾਹਿਬ ਜਿਹੜਾ ਉਦਘਾਟਨ ਕਰ ਰਹੇ ਨੇ ਉਸ ਨੂੰ ਸਹੀ ਨਹੀਂ ਸਮਝਦੇ ਤੇ ਇਸ ਕਰਕੇ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਸ ਦਾ ਵਿਰੋਧ ਕਰਦੀਆਂ ਨੇ। ਉਹ ਇਸ ਗੱਲ ਦਾ ਵਿਰੋਧ ਨਹੀਂ ਕਰ ਰਹੀਆਂ ਕਿ ਅਸੀਂ ਪਾਰਲੀਮੈਂਟੇਰੀਅਨ ਜਿਹੜਾ ਸਿਸਟਮ ਚੱਲ ਰਿਹਾ ਹੈ ਉਸ ਦੇ ਵਿੱਚ ਕੋਈ ਵਾਧਾ ਲਾਉਣੀ ਹੈ ਜਾਂ ਉਸ ਦੇ ਵਿੱਚ ਕੋਈ ਰੁਕਾਵਟ ਪਾਉਣੀ ਹੈ। ਉਸ ਗੱਲ ਲਈ ਤਾਂ ਚਾਹੇ ਪਾਰਲੀਮੈਂਟ ਜਿੱਥੇ ਵੀ ਕਿਤੇ ਹੋਵੇ, ਜ਼ਰੂਰੀ ਨਹੀਂ ਕਿ ਹੋਣ ਵਾਲੀ ਲੋਕ ਸਭਾ ਵਾਲੀ ਬਿਲਡਿੰਗ ਦੇ ਵਿੱਚ ਹੋਵੇ, ਨਵੀਂ ਬਿਲਡਿੰਗ ਦੇ ਵਿੱਚ ਹੋਵੇ,
ਜਾਂ ਇਸ ਤੋਂ ਬਾਅਦ ਕਿਸੇ ਹੋਰ ਛੋਟੇ ਜਿਹੇ ਕਮਰੇ ਦੇ ਵਿੱਚ ਹੋਵੇ। ਜਿਵੇਂ ਪੰਚਾਇਤਾਂ ਸੱਥ ਦੇ ਵਿੱਚ ਜੁੜਦੀਆਂ ਨੇ, ਇਦਾਂ ਹੀ ਚੁਣੀ ਹੋਈ ਜਿਹੜੀ ਪੰਚਾਇਤ ਹੈ ਇਸ ਨੇ ਕਿਸੇ ਨਾ ਕਿਸੇ ਥਾਂ ਤੇ ਤੋ ਇਸ ਗੱਲ ਨੂੰ ਇਸ ਢੰਗ ਦੇ ਨਾਲ ਕਹਿਣਾ ਵੀ ਭਾਈ ਹੁਣ ਨਹੀਂ ਤੁਸੀਂ ਜਾਣਾ, ਮੈਂ ਲੱਠ ਮਾਰਿਆ ਤੇ ਮੇਰੀ ਲੱਠ ਮਾਰ ਸਿਆਸਤ ਨੂੰ ਤੁਸੀਂ ਨਹੀਂ ਮੰਨਣਾ ਤੇ ਤੁਸੀਂ ਇਸ ਮੀਟਿੰਗ ਦੇ ਵਿੱਚ ਬਿਨਾਂ ਆਓ। ਦੇਖੋ ਸਮੱਸਿਆ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਸਮੇਂ ਤੇ ਜਦੋਂ ਨੇਤਾ ਜਾਂਦੇ ਨੇ ਉੱਥੇ ਕਿਸੇ ਨਾ ਕਿਸੇ ਪੁਆਇੰਟ ਤੇ ਉਹਨਾਂ ਦਾ ਝਗੜਾ ਹੁੰਦਾ, ਪਾਰਲੀਮੈਂਟ ਦੀਆਂ ਬੈਠਕਾਂ ਦਾ ਵਿਰੋਧ ਹੁੰਦਾ, ਉੱਥੇ ਬਾਈਕਾਟ ਹੁੰਦੇ ਨੇ ਔਰ ਕਈ ਹਾਲਤਾਂ ਦੇ ਵਿੱਚ ਜਿਹੜੇ ਮਾਰਸ਼ਲ ਨੇ ਉਹ ਐਮਪੀਆਂ ਨੂੰ ਬਾਹਰ ਕੱਢ ਕੇ ਸੁੱਟ ਦਿੰਦੇ ਨੇ। ਕੀ ਹੁਣ ਇਹੋ ਜਿਹੀ ਗੱਲ ਕੀਤੀ ਜਾਏਗੀ ਕਿ ਮਾਰਸ਼ਲ ਜਿਹੜੇ ਨੇ ਬਾਹਰ ਬਿਠਾ ਦਿੱਤੇ ਜਾਣਗੇ ਤੇ ਨਵੀਂ ਪਾਰਲੀਮੈਂਟ ਦੇ ਵਿੱਚ ਇਹਨਾਂ ਚੁਣੇ ਹੋਏ ਮੈਂਬਰਾਂ ਦਾ ਦਾਖਲਾ ਜਿਹੜਾ ਬੰਦ ਕਰ ਦਿੱਤਾ ਜਾਏਗਾ? ਮੋਦੀ ਸਾਹਿਬ ਤਾਂ ਯਤਨ ਕਰ ਰਹੇ ਨੇ, ਪਹਿਲਾ ਯਤਨ ਉਹਨਾਂ ਨੇ ਕੀਤਾ ਕਿ ਦੇਸ਼ ਦੇ ਵਿੱਚੋਂ ਕਾਂਗਰਸ ਨੂੰ ਖਤਮ ਕਰ ਦਿਓ ਔਰ ਉਸ ਦਾ ਨਾਮੋ ਨਿਸ਼ਾਨ ਜਿਹੜਾ ਹੈ ਉਸ ਨੂੰ ਮਿਟਾ ਦਿਓ। ਫਿਰ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿਧਾਨ ਦੇ ਅਨੁਸਾਰ ਜਿਹੜੀ ਆਪੋਜੀਸ਼ਨ ਹੈ ਉਹ ਪੂਰੀ ਦੀ ਪੂਰੀ ਜਿਹੜੀ ਹੈ ਉਸ ਨੂੰ ਲੋਕਾਂ ਨੂੰ ਆਹਵਾਨ ਕੀਤਾ ਕਿ ਉਹਨੂੰ ਮਰਿਆ ਮੇਟ ਕਰ ਦਿਓ। ਪਰ ਲੋਕਾਂ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਹੈ ਕਰਨਾਟਕ ਦੀਆਂ ਚੋਣਾਂ ਦੇ ਦਰਮਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਤੁਸੀਂ ਹੀ ਸਰਵਉੱਚ ਨਹੀਂ, ਦੇਸ਼ ਦੇ ਲੋਕ ਸਰਵਉੱਚ ਹਨ। ਦੇਸ਼ ਦੇ ਲੋਕ ਜਿਹੜੇ ਨੇ ਆਪਣੇ ਦੇਸ਼ ਦੀ ਜਿਹੜੀ ਕਿਸਮਤ ਹੈ ਉਸ ਦਾ ਫੈਸਲਾ ਕਰਨ ਵਾਲੇ ਨੇ ਔਰ ਪਾਰਲੀਮੈਂਟ ਦੇ ਵਿੱਚ ਕੋਈ ਵੀ ਮਤੇ ਆਉਣਗੇ, ਲੋਕ ਜਾਣਗੇ, ਚੁਣੇ ਹੋਏ ਲੋਕ ਜਾਣਗੇ, ਆਪਣੀ ਗੱਲ ਕਰਨਗੇ। ਜੇ ਉਹਨਾਂ ਨੂੰ ਉੱਥੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਉਹ ਲੋਕ ਕਚਹਿਰੀ ਵਿੱਚ ਜਾਣਗੇ, ਲੋਕ ਕਚਹਿਰੀ ਦੇ ਵਿੱਚ ਮੁੜ ਕੇ ਫੇਰ ਚੁਣ ਕੇ ਆਉਣਗੇ ਤੇ ਮੁੜ ਕੇ ਫੇਰ ਉਹ ਪਾਰਲੀਮੈਂਟ ਦੇ ਵਿੱਚ ਆ ਕੇ ਆਪਣੇ ਢੰਗ ਦੇ ਨਾਲ ਗੱਲ ਕਰਨਗੇ। ਇਸ ਦੇਸ਼ ਦੇ ਵਿਧਾਨ ਦੇ ਅਨੁਸਾਰ, ਸੰਵਿਧਾਨ ਦੇ ਅਨੁਸਾਰ ਕੋਈ ਵੀ ਵਿਅਕਤੀ ਵਿਸ਼ੇਸ਼ ਚਾਹੇ ਆਪਣੇ ਆਪ ਨੂੰ ਕਿੱਡਾ ਵੱਡਾ ਡਿਕਟੇਟਰ ਸਮਝਦਾ ਹੋਵੇ, ਉਹਨਾਂ ਨੂੰ ਉਸ ਬਿਲਡਿੰਗ ਵਿੱਚ ਜਾਣ ਤੋਂ ਰੋਕ ਨਹੀਂ ਸਕਦਾ। ਇਹ ਤਾਂ ਬੜੀਆਂ ਅਜੀਬ ਕਿਸਮ ਦੀਆਂ ਗੱਲਾਂ ਨੇ। ਕੁਝ ਲੋਕ ਜਿਹੜੇ ਨੇ ਵਿਰੋਧੀ ਧਿਰ ਦੇ ਉੱਤੇ ਇਸ ਕਿਸਮ ਦੀ ਗੱਲ ਜਿਹੜੀ ਆ ਕਰ ਰਹੇ ਨੇ ਜਾਂ ਤੰਜ ਉਠਾ ਰਹੇ ਨੇ। ਜੀ ਭਲਾਈ ਸਾਹਿਬ, ਇੱਕ ਖਾਸ ਮਸਲਾ ਜੋ ਅਸੀਂ ਸ਼ੁਰੂ 'ਚ ਵੀ ਗੱਲ ਕੀਤੀ, ਜੋ ਵੂਮਨ ਸਾਰੀਆਂ ਪਹਿਲਵਾਨ, ਲੇਡੀਜ਼ ਪਹਿਲਵਾਨ ਜੋ ਬੈਠੀਆਂ ਹੋਈਆਂ ਨੇ ਜੰਤਰ ਮੰਤਰ ਦੇ ਉੱਤੇ, ਮਹੀਨੇ ਦੇ ਕਰੀਬ ਹੋਣ ਵਾਲਾ ਹੈ। ਖਾਪ ਪੰਚਾਇਤਾਂ ਨੇ, ਮਹਾ ਪੰਚਾਇਤਾਂ ਨੇ ਫੈਸਲਾ ਲਿਆ ਔਰ ਜਿਹੜੀਆਂ NGOs ਨੇ ਔਰ ਲੇਡੀਜ਼ ਦੀਆਂ ਹੋਰ ਸੰਸਥਾਵਾਂ ਨੇ ਕਿ 28 ਮਈ ਨੂੰ ਠੀਕ ਉਸੇ ਦਿਨ ਜਿਸ ਦਿਨ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦਾ ਉਦਘਾਟਨ ਕਰਨਗੇ ਪ੍ਰਾਈਮ ਮਿਨਿਸਟਰ ਮੋਦੀ, ਠੀਕ ਉਸੇ ਦਿਨ ਔਰ ਉਸੇ ਪ੍ਰਾਈਮ ਮਿਨਿਸਟਰ ਮੋਦੀ ਨੇ ਬਣਾਈ ਹੋਈ ਜੋ ਨਵੀਂ ਬਿਲਡਿੰਗ ਹੈ ਜੋ ਅੱਜ ਦੇਸ਼ ਦੀ ਪ੍ਰਾਪਰਟੀ ਬਣਨ ਜਾ ਰਹੀ ਹੈ, ਉਹਦੇ ਸਾਹਮਣੇ ਧਰਨਾ ਦੇਣਾ। ਸੇਮ ਡੇਟ ਨੂੰ ਸੇਮ ਬਿਲਡਿੰਗ ਦੇ ਸਾਹਮਣੇ ਸੇਮ ਟਾਈਮ ਦੇ ਉੱਤੇ ਧਰਨਾ ਦੇਣਾ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਐਨਾਲਾਈਜ਼ ਕਰਦੇ ਹੋ? ਦੇਖੋ ਇਹ ਬੜੀ ਸਿੰਬੋਲਿਕ ਗੱਲ ਹੈ। ਧਰਨਾ ਉੱਥੇ ਜਾ ਕੇ ਦੇਣਾ ਕੋਈ ਸੌਖਾ ਕੰਮ ਨਹੀਂ, ਪਰ ਪਹਿਲਵਾਨਾਂ ਦੇ ਵਿੱਚ ਜਿਹੜੀ ਇੱਕ ਸੋਚ ਹੈ, ਜਿਸ ਗੱਲ ਦਾ ਉਹਨਾਂ ਨੇ ਝੰਡਾ ਚੁੱਕਿਆ, ਜਿਸ ਗੱਲ ਦੇ ਵਿਰੋਧ ਦੇ ਵਿੱਚ ਉਹ ਖੜੀਆਂ ਹੋਈਆਂ ਨੇ, ਜਿਸ ਢੰਗ ਦੇ ਨਾਲ ਉਹਨਾਂ ਨੇ ਦੇਸ਼ ਦੀ ਉਸ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਚੁੱਕੇ ਨੇ ਕਿ ਇੱਕ ਪਾਸੇ ਤਾਂ ਉਹਨਾਂ ਨੂੰ ਵੱਡੇ ਤਗਮੇ ਲੈਣ ਤੋਂ ਬਾਅਦ ਚਾਹ ਦੇ ਕੱਪ ਤੇ ਸੱਦਿਆ ਜਾਂਦਾ, ਪਰ ਦੂਜੇ ਪਾਸੇ ਇੱਕ ਗੱਲ ਜਿਹੜੀ ਉਹਨਾਂ ਦੇ ਮਨ ਵਿੱਚ ਹੈ, ਉਹਨਾਂ ਨਾਲ ਜਿਹੜਾ ਵਿਵਹਾਰ ਹੋ ਰਿਹਾ, ਉਸ ਵਿਅਕਤੀ ਵਿਸ਼ੇਸ਼ ਦੇ ਉੱਤੇ ਕੋਈ ਕਾਰਵਾਈ ਕਰਨ ਦਾ ਯਤਨ ਜਿਹੜਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਕਰਦਾ। ਸੋ ਵਿਰੋਧ ਦੇ ਵਿੱਚ ਉਹ ਲੜਕੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਝੰਡਾ ਚੁੱਕਿਆ ਹੈ ਔਰ ਦੇਸ਼ ਦੇ ਡੈਮੋਕ੍ਰੈਟਿਕ ਸੋਚ ਵਾਲੇ ਬੁੱਧੀਜੀਵੀ, ਕਿਸਾਨ ਆਗੂ, ਔਰਤਾਂ, ਇਹ ਸਾਰੇ ਜਿਹੜੇ ਨੇ ਉਹਨਾਂ ਦੀ ਸੋਚ ਦੁਆਲੇ ਇਸ ਢੰਗ ਦੇ ਨਾਲ ਹੀ ਖੜੇ ਹੋਏ ਨੇ। ਇਸ ਢੰਗ ਦੇ ਨਾਲ ਕਿਸਾਨ ਮੂਵਮੈਂਟ ਦੇ ਵਿੱਚ ਸਾਰੀਆਂ ਧਿਰਾਂ ਖੜੀਆਂ ਹੋਈਆਂ ਸੀ। ਇੱਕ ਮੂਵਮੈਂਟ, ਕਿਸਾਨ ਮੂਵਮੈਂਟ ਤੋਂ ਬਾਅਦ ਵੱਖਰੀ ਕਿਸਮ ਦੀ ਮੂਵਮੈਂਟ ਬਣਦੀ ਜਾ ਰਹੀ ਹੈ। ਮੂਵਮੈਂਟ ਕੀ ਬਣਦੀ ਜਾ ਰਹੀ ਆ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਤੇ ਸਮੇਂ ਦੇ ਉੱਤੇ ਵੱਡੀਆਂ ਤਾਕਤਾਂ ਜਿਹੜੀਆਂ ਨੇ ਤੋੜੇ ਮਾਰ ਰਹੀਆਂ ਨੇ, ਉਸ ਨੂੰ ਤੋੜਨਾ ਚਾਹੁੰਦੀਆਂ ਨੇ, ਸੂਬਿਆਂ ਦੇ ਅਧਿਕਾਰਾਂ ਦਾ ਕਤਲ ਕਰਨਾ ਚਾਹੁੰਦੀਆਂ ਨੇ, ਦੇਸ਼ ਦੀ ਜਿਹੜੀ ਸੰਵਿਧਾਨ ਦੀ ਰੂਹ ਹੈ ਉਸ ਨੂੰ ਖਤਮ ਕਰਨਾ ਚਾਹੁੰਦੀਆਂ ਨੇ। ਤੇ ਅਸੀਂ ਔਰਤਾਂ ਪਹਿਲਵਾਨ ਇਸ ਦੇ ਖਿਲਾਫ ਖੜੀਆਂ ਹੋਈਆਂ ਤੇ ਇੱਕ ਦੇਸ਼ ਨੂੰ ਨਵੀਂ ਕਿਸਮ ਦੀ ਗੱਲ ਕਰ ਰਹੀਆਂ। ਜੀ ਉਸ ਵਿਅਕਤੀ ਨੇ ਜਿਹਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ, ਉਸਨੇ ਕਿਹਾ ਕਿ ਇਹ ਮੂਵਮੈਂਟ ਤਾਂ ਖਾਲਿਸਤਾਨ ਨੂੰ ਜਾਣ ਵਾਲੀ ਮੂਵਮੈਂਟ ਆ। ਹੈਰਾਨੀ ਹੁੰਦੀ ਹੈ ਕਿ
ਹਰਿਆਣਾ ਦੇ ਵਿੱਚੋਂ ਔਰਤਾਂ ਜਿਹੜੀਆਂ ਨੇ ਜਿਨ੍ਹਾਂ ਦਾ ਖਾਲਿਸਤਾਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਜਿਹੜੀਆਂ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗਈਆਂ ਨੇ, ਮੰਦਿਰ ਦੇ ਵਿੱਚ ਵੀ ਮੱਥਾ ਟੇਕਣ ਗਈਆਂ ਨੇ, ਉਹਨਾਂ ਦੇ ਉੱਤੇ ਇਲਜ਼ਾਮ ਲਾਉਣਾ ਬਿਲਕੁਲ ਉਸੇ ਕਿਸਮ ਦਾ ਇਲਜ਼ਾਮ ਲਾ ਦੇਣਾ ਜਿਸ ਕਿਸਮ ਦਾ ਕਿਸਾਨਾਂ ਦੇ ਉੱਤੇ ਲਾਇਆ ਸੀ ਕਿ ਖਾਲਿਸਤਾਨੀ ਨੇ, ਇਹ ਜਾਇਜ਼ ਨਹੀਂ ਗਿਣਿਆ ਜਾ ਸਕਦਾ। ਜਿਹੜੇ ਲੋਕ ਸਿਆਣੇ ਨੇ ਦੇਸ਼ ਦੇ, ਬੁੱਧੀਮਾਨ ਲੋਕ ਨੇ, ਚੰਗੀ ਸੋਚ ਵਾਲੇ ਲੋਕ ਨੇ, ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ। ਇਹ ਠੀਕ ਹੈ ਕਿ ਇਹਨਾਂ ਲੜਕੀਆਂ ਨੇ ਫੈਸਲਾ ਕੀਤਾ, ਇਹ ਵੀ ਇੱਕ ਸਿੰਬੋਲਿਕ ਹੈ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੀ ਦੇ ਨਾਲ ਪਹਿਲ ਸ਼ੋਸ਼ਣ ਜਿਹੜਾ ਹੈ ਕਰਨ ਦਾ ਯਤਨ ਹੋਇਆ ਹੈ ਉਸ ਵਿਅਕਤੀ ਵਿਸ਼ੇਸ਼ ਵੱਲੋਂ। ਔਰ ਸਾਡੀ ਮੰਗ ਹੈ ਕਿ ਇਸ ਕਿਸਮ ਦਾ ਕੂੜਾ, ਇਸ ਕਿਸਮ ਦਾ ਗੰਦ ਸਿਰਫ ਤੇ ਸਿਰਫ ਉਸ ਦੇ ਵਿੱਚੋਂ ਨਹੀਂ, ਹੋਰ ਸੰਸਥਾਵਾਂ ਵਿੱਚੋਂ ਵੀ ਖਤਮ ਕਰਨ, ਕਿਉਂਕਿ ਔਰਤਾਂ ਦੇ ਉੱਤੇ ਇਸ ਕਿਸਮ ਦਾ ਜ਼ੁਲਮ ਕੀਤਾ ਜਾਣਾ ਭਾਰਤੀ ਸੰਵਿਧਾਨ ਦੇ ਉਲਟ ਹੈ। ਕਿਉਂਕਿ ਇਸ ਦੇਸ਼ ਦੇ ਹਰੇਕ ਨਾਗਰਿਕ ਨੂੰ ਆਜ਼ਾਦੀ ਹੈ ਬੋਲਣ ਦੀ, ਆਜ਼ਾਦੀ ਹੈ ਵਿਚਰਨ ਦੀ, ਆਜ਼ਾਦੀ ਹੈ ਪੁਸ਼ਾਕ ਪਹਿਨਣ ਦੀ, ਆਜ਼ਾਦੀ ਹੈ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦੀ। ਤਾਂ ਇਹ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਦੇ ਉੱਤੇ ਜਦੋਂ ਵੀ ਹਮਲਾ ਹੋਏਗਾ, ਜਿਸ ਵੇਲੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਤੇ ਲੋਕ ਜਿਹੜੇ ਨੇ ਵਿਰੋਧ ਵਿੱਚ ਖੜੇ ਹੋਣਗੇ। ਸੋ ਮੈਂ ਸਮਝਦਾ ਵੀ ਇੱਕ ਬੜਾ ਸਾਰਥਕ ਯਤਨ ਹੋਏਗਾ, ਭਾਵੇਂ ਕਿ ਸਰਕਾਰ ਜਿਹੜੀ ਹੈ ਜਿਵੇਂ ਲਾਲ ਕਿਲੇ ਦੇ ਉੱਤੇ ਝੰਡਾ ਚਲਾਉਣ ਲਈ ਜਾਂ ਝੰਡਾ ਚਲਾਉਣ ਲਈ ਨਹੀਂ, ਆਪਣਾ ਵਿਰੋਧ ਪ੍ਰਗਟ ਕਰਨ ਲਈ ਕਿਸਾਨ ਗਏ ਸੀ। ਦੇਖੋ ਕਿਵੇਂ ਹਸ਼ਰ ਉਹਨਾਂ ਦਾ ਕੀਤਾ ਗਿਆ ਸੀ। ਜੀ ਪਲਾਹੀ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਹਰ ਕਿਸੇ ਨੂੰ ਡੈਮੋਕ੍ਰੇਸੀ ਦੇ ਵਿੱਚ ਆਪਣੇ ਮਨ ਦੀ ਗੱਲ ਕਰਨ ਦਾ ਅਧਿਕਾਰ ਹੈ, ਆਪਣਾ ਫ੍ਰੀ ਐਕਸਪ੍ਰੈਸ਼ਨ ਦਾ ਅਧਿਕਾਰ ਹੈ, ਔਰ ਉਹ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ, ਸੰਵਿਧਾਨ ਦੇ ਦਾਇਰੇ ਦੇ ਵਿੱਚ। ਸੋ ਜਿਹਨੂੰ ਵੀ ਤਕਲੀਫ ਹੋਏਗੀ ਉਹ ਆਵਾਜ਼ ਜ਼ਰੂਰ ਦੇਵੇਗਾ, ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਹਰੇਕ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੇ ਵੀ ਕਿਤੇ ਕੋਈ ਮਿਸਅੰਡਰਸਟੈਂਡਿੰਗਸ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸਭ ਨੇ ਮਿਲ ਕੇ ਇਸੇ ਦੇਸ਼ ਵਿੱਚ ਹੀ ਰਹਿਣਾ ਹੈ, ਸਭ ਨੇ ਇਕੱਠੇ ਹੀ ਰਹਿਣਾ ਹੈ ਤੇ ਮਿਲ ਜੁਲ ਕੇ ਦੇਸ਼ ਵਾਸਤੇ ਕੰਮ ਕਰਨਾ ਹੈ। ਬਹੁਤ ਬਹੁਤ ਸ਼ੁਕਰੀਆ ਪਲਾਈ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਪਲਾਈ ਸਾਹਿਬ। ਮਿਹਰਬਾਨੀ, ਸ਼ੁਕਰੀਆ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।